ਪੰਜਾਬੀ ਲਾਇਬ੍ਰੇਰੀ ਵਿੱਚ ਮੈਂ ਮਨਪ੍ਰੀਤ ਰਤੀਆ ਤੁਹਾਡਾ ਫਿਰ ਤੋਂ ਨਿੱਘਾ ਸਵਾਗਤ ਕਰਦੀ ਹਾਂ। ਅੱਜ ਦੀ ਜੋ ਕਹਾਣੀ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਂਗੀ ਉਸ ਦਾ ਨਾਮ ਹੈ ਕਿਸਾਨ ਇੱਕ ਸੰਘਰਸ਼, ਜਿਸ ਨੂੰ ਲਿਖਿਆ ਹੈ ਮਨਪ੍ਰੀਤ ਸਿੱਧੂ ਜੀ ਨੇ। ਕਣਕ ਵੇਚਣ ਤੋਂ ਬਾਅਦ ਸੁਖਵੰਤ ਸਿੰਘ ਘਰ ਆਉਂਦਾ ਹੈ ਅਤੇ ਘਰ ਦੇ ਬੂਹੇ ਮੂਹਰੇ ਡੂੰਘੀਆਂ ਸੋਚਾਂ ਵਿੱਚ ਰੁਕ ਜਾਂਦਾ ਹੈ। ਉਸਦੇ ਦਿਮਾਗ ਵਿੱਚ ਆਪਣੇ ਬੱਚੇ ਦਾ ਚਿਹਰਾ ਚੱਲ ਰਿਹਾ ਸੀ, ਜਿਸ ਦੀ ਉਸਨੇ ਫੀਸ ਭਰਨੀ ਸੀ। ਸੁਖਵੰਤ ਨੂੰ ਦੇਖ ਉਸਦੀ ਪਤਨੀ ਉਸ ਲਈ ਪਾਣੀ ਲੈ ਕੇ ਆਉਂਦੀ ਹੈ ਅਤੇ ਕਣਕ ਦੇ ਰੇਟ ਬਾਰੇ ਪੁੱਛਦੀ ਹੈ। ਪਤਨੀ: ਕਿਉਂ ਜੀ, ਵਿਕ ਗਈ ਕਣਕ? ਕੀ ਕੀਮਤ ਲੱਗੀ ਭਲਾ? ਸੁਖਵੰਤ: 1200 ਰੁਪਏ। ਪਤਨੀ: ਕੀ? ਪਰ ਵੇਚਣ ਤੋਂ ਪਹਿਲਾਂ ਕੰਟਰੈਕਟ ਤਾਂ 2000 ਦਾ ਹੋਇਆ ਸੀ। ਸੁਖਵੰਤ: ਉਹ ਕਹਿੰਦੇ ਕਿ ਕਣਕ ਗਿੱਲੀ ਆ ਅਤੇ ਦਾਣਾ ਵੀ ਛੋਟਾ ਵੱਡਾ ਹੈ। ਪਤਨੀ: ਲੈ ਭਲਾ, ਇਹ ਕੀ ਬਹਾਨਾ ਹੋਇਆ? ਉਹਨਾਂ ਹੱਥ ਡੋਰਾ ਨੇ, ਆਪਾਂ ਕੀ ਕਰ ਸਕਦੇ ਹਾਂ? ਪਤਨੀ: ਇਹ ਤਾਂ ਧੱਕਾ, ਤੁਸੀਂ ਵੇਚਣੀ ਹੀ ਨਹੀਂ ਸੀ, ਆਪਾਂ ਹੋਰ ਕਿਤੇ ਵੇਚ ਦਿੰਦੇ। ਸੁਖਵੰਤ: ਆਪਾਂ ਨਹੀਂ ਵੇਚ ਸਕਦੇ, ਉਹਨਾਂ ਦੇ ਕਾਗਜ਼ ਤੇ ਲਿਖਿਆ ਆਪਾਂ ਉਹਨਾਂ ਨੂੰ ਹੀ ਵੇਚ ਸਕਦੇ ਹਾਂ। ਜੇ ਹੋਰ ਕਿਤੇ ਵੇਚੀ ਤਾਂ ਕੇਸ ਕਰ ਦੇਣਗੇ ਤੇ ਕੇਸਾਂ ਵਿੱਚ ਆਪਣਾ ਸਾਰਾ ਜੁੱਲੀ ਬਿਸਤਰਾ ਵਿਕ ਜੂ। ਪਤਨੀ: ਬੇੜਾ ਵਹਿ ਜੇ ਕੰਜਰ ਦਾ ਜਿਹਨੇ ਕਾਨੂੰਨ ਬਣਾਇਆ, ਗਰੀਬ ਦੀ ਤਾਂ ਜੂਨ ਰੋਲਤੀ, ਇੰਨੇ ਕੁ ਪੈਸਿਆਂ 'ਚ ਘਰ ਕਿਵੇਂ ਚੱਲੂਗਾ? ਪਤਨੀ: ਹੈਂ ਜੀ, ਆਪਾਂ ਵੀ ਬਿੱਕਰਕੀਆਂ ਵਾਂਗੂ ਜ਼ਮੀਨ 5 ਸਾਲਾਂ ਵਾਸਤੇ ਦੇ ਦਿੰਦੇ ਹਾਂ, ਘੱਟੋ ਘੱਟ ਬਜਵੇਂ ਪੈਸੇ ਤਾਂ ਆ ਜਾਇਆ ਕਰਨਗੇ। ਸੁਖਵੰਤ: ਅਗਲੀ ਵਾਰ ਦੇਖਦੇ ਹਾਂ, ਤੂੰ ਆਪ ਪੈਸੇ ਰੱਖ। ਪਤਨੀ: ਇੰਨੇ ਕਈ ਪੈਸੇ? 1200 ਦੇ ਹਿਸਾਬ ਨਾਲ ਤਾਂ ਜ਼ਿਆਦਾ ਬਣਦੇ ਸੀ। ਸੁਖਵੰਤ: ਭਾਊ ਤੋਂ ਵਿਆਜ ਤੇ ਜੋ ਪੈਸੇ ਫੜੇ ਸੀ ਉਹ ਵਾਪਿਸ ਕਰ ਆਇਆ। ਪਤਨੀ: ਪਰ ਹੁਣ ਘਰੇ ਕੀ ਖਾਵਾਂਗੇ? ਜਵਾਕ ਦੀ ਫੀਸ ਭਰਨੀ ਆ, ਕੱਪੜੇ ਵੀ ਲਿਆਉਣੇ ਆ, ਕਿੰਨੇ ਸਾਲਾਂ ਤੋਂ ਪਾਟੇ ਜਿਹੇ ਪਾਈ ਫਿਰਦੀਆਂ। ਕਣਕ ਤੇ ਆਸ ਸੀ, ਉਹ ਵੀ ਟੁੱਟ ਗਈ। ਸੁਖਵੰਤ: ਉਧਾਰ ਲੈ ਆਵਾਂਗੇ ਘਰ ਦਾ ਰਾਸ਼ਨ, ਮੈਂ ਪੈਸੇ ਪੁੱਛਿਆ, ਕਿਸੇ ਤੋਂ ਫੀਸ ਵੀ ਭਰ ਦਿਆਂਗੇ। ਪਤਨੀ: ਹੋਰ ਕਰਜ਼ਾ ਚੜਾਉਣਾ ਸਹੀ ਨਹੀਂ, ਆਪਾਂ ਔਖੇ ਸੌਖੇ ਸਾਰ ਲਵਾਂਗੇ, ਜਵਾਕ ਅਗਲੀ ਫਸਲ ਵੇਲੇ ਪੜ੍ਹਨੇ ਪਾ ਦੇਵਾਂਗੇ। ਸੁਖਵੰਤ: ਨਹੀਂ, ਔਖੇ ਸੌਖੇ ਇਹਨੂੰ ਸਕੂਲ ਲਾ ਦਿੰਨੇ ਆ, ਪੜ੍ਹ ਲਿਖ ਗਿਆ ਤਾਂ ਆਪਣੀ ਜੂਨ ਸੁਧਰ ਜੂ। ਪਤਨੀ: ਪੜ੍ਹ ਕੇ ਕਿਹੜਾ ਕੁਝ ਹੋਣਾ, ਵੱਧੋ ਵੱਧ ਸੇਠਾਂ ਦੇ ਲੱਗ ਜੂ ਜਿਵੇਂ ਬਾਕੀ ਮੁੰਡੇ ਲੱਗਦੇ ਆ। ਸੁਖਵੰਤ: 4 ਪੈਸੇ ਤਾਂ ਆਉਣਗੇ ਘਰ। ਪਤਨੀ: ਜਿਵੇਂ ਤੁਹਾਡੀ ਮਰਜ਼ੀ। ਇੰਨੇ ਨੂੰ ਸੁਖਵੰਤ ਦੇ ਗੁਆਂਢੀਆਂ ਦਾ ਮੁੰਡਾ ਭੱਜਿਆ ਆਉਂਦਾ ਅਤੇ ਦੱਸਦਾ ਹੈ ਕਿ ਬਿੱਕਰ ਨੇ ਆਪਣੇ ਵਾੜੇ ਵਿੱਚ ਫਾਹਾ ਲੈ ਲਿਆ। ਸੁਖਵੰਤ ਤੁਰੰਤ ਉਸਦੇ ਵਾੜੇ ਵੱਲ ਨੂੰ ਭੱਜਦਾ ਹੈ। ਵਾੜੇ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਭੀੜ ਵਿੱਚੋਂ ਲੰਘ ਕੇ ਜਦੋਂ ਸੁਖਵੰਤ ਅੱਗੇ ਜਾਂਦਾ ਹੈ ਤਾਂ ਟਾਹਲੀ ਦੇ ਡਾਣੇ ਤੇ ਬਿੱਕਰ ਦੀ ਲਾਸ਼ ਲਟਕ ਰਹੀ ਸੀ। ਸੁਖਵੰਤ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਬਿੱਕਰ ਨੇ ਕਿਉਂ ਆਤਮ ਹੱਤਿਆ ਕੀਤੀ ਸੀ। ਲੋਕਾਂ ਦੀਆਂ ਗੱਲਾਂ ਵਿੱਚ ਇੱਕ ਬਿੱਲ ਦੀ ਆਵਾਜ਼ ਗੂੰਜ ਰਹੀ ਸੀ। ਜਦੋਂ ਦਾ ਮੋਦੀ ਨੇ ਖੇਤੀ ਬਿੱਲ ਜਾ ਪਾਸ ਕੀਤਾ, ਵਾਹੀ ਵਾਲਾ ਬੰਦਾ ਜਮਾਂ ਹੀ ਖਤਮ ਹੋ ਗਿਆ। ਭੀੜ ਵਿੱਚੋਂ ਇੱਕ ਬੋਲਿਆ, ਚਾਰੇ ਪਾਸਿਓਂ ਕੰਪਨੀਆਂ ਨੇ ਘੇਰਾ ਪਾ ਰੱਖਿਆ ਬਾਬਾ। ਇੱਕ ਗੱਭਰੂ ਦੀ ਆਵਾਜ਼ ਆਈ, ਪਰ ਹੋਇਆ ਕੀ ਸੀ? ਬਿੱਕਰ ਨੇ ਤਾਂ 5 ਸਾਲ ਦੇ ਠੇਕੇ ਤੇ ਦਿੱਤੀ ਹੋਈ ਸੀ ਜ਼ਮੀਨ। ਉਹ ਬੰਬੇ ਵਾਲਿਆਂ ਦੀ ਕੰਪਨੀ ਨੂੰ ਬੱਜਵੇਂ ਪੈਸੇ ਮਿਲਦੇ ਸੀ ਇਹਨੂੰ ਤਾਂ। ਸੁਖਵੰਤ ਬੋਲਿਆ, ਕੀ ਦੱਸੀਏ ਸੁਖਵੰਤ ਸਿੰਘਾ, 5 ਸਾਲ ਦੇ ਬੱਜਵੇਂ ਪੈਸੇ ਤਾਂ ਨਾਮਦੇਈ ਨੇ, 2 ਸਾਲ ਤਾਂ ਉਹਨਾਂ ਪੂਰੇ ਪੈਸੇ ਦਿੱਤੇ, ਹੁਣ ਅੱਧ ਵੀ ਨਹੀਂ ਦਿੰਦੇ, ਕਹਿੰਦੇ ਸਾਨੂੰ ਘਾਟਾ ਪੈ ਗਿਆ। ਇੱਕ ਬਜ਼ੁਰਗ ਨੇ ਸੁਖਵੰਤ ਨੂੰ ਕਿਹਾ। ਇੰਨੇ ਨੂੰ ਪੁਲਿਸ ਆ ਜਾਂਦੀ ਹੈ। ਉਹ ਲਾਸ਼ ਦੀਆਂ ਕੁਝ ਤਸਵੀਰਾਂ ਖਿੱਚਦੇ ਹਨ ਅਤੇ ਲਾਸ਼ ਨੂੰ ਨੇੜਲੇ ਹਸਪਤਾਲ ਭੇਜ ਦਿੰਦੇ ਹਨ। ਬਿੱਕਰ ਦੇ ਭੋਗ ਤੋਂ ਬਾਅਦ ਉਸਦੇ ਘਰ ਦਾ ਸਾਰਾ ਬੋਝ ਉਸਦੇ ਪੁੱਤਰ ਪ੍ਰੀਤ ਤੇ ਪੈ ਗਿਆ ਸੀ। ਘਰ ਦਾ ਖਰਚ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ ਅਤੇ ਉੱਪਰੋਂ ਉਸਨੂੰ ਕਰਜ਼ੇ ਵਾਲੇ ਤੋੜ ਖਾ ਰਹੇ ਸੀ। ਜ਼ਿੰਦਗੀ ਦੀ ਇਸ ਔਖ ਵਿੱਚ ਹੁਣ ਉਸਦਾ ਦਮ ਘੁੱਟਣ ਲੱਗ ਗਿਆ ਅਤੇ ਹਰ ਆਉਂਦਾ ਸਾਹ ਉਸਨੂੰ ਇੱਕ ਬੋਝ ਜਿਹਾ ਲੱਗਣ ਲੱਗ ਗਿਆ ਸੀ।
ਅਜਿਹਾ ਬੋਝ ਜਿਸ ਨੂੰ ਢੋਂਦਾ ਉਸਦਾ ਬਾਪੂ ਵੀ ਮੁੱਕ ਗਿਆ, ਅਤੇ ਹੁਣ ਇਹ ਬੋਝ ਉਸਨੂੰ ਉਹਦੀ ਜਾਨ ਲੈਂਦਾ ਦਿਖ ਰਿਹਾ ਸੀ। ਘਰ ਵਿੱਚ ਪਈ ਚੂਹੇ ਮਾਰਨ ਵਾਲੀ ਦਵਾਈ ਉਸਨੂੰ ਮੱਲੋ ਮੱਲੀ ਉਹਦੇ ਮੂੰਹ ਵਿੱਚ ਪੈਂਦੀ ਦਿਸਦੀ, ਅਤੇ ਵਰਾਂਡੇ ਵਿੱਚ ਪਿਆ ਰੱਸਾ ਉਸਨੂੰ ਇੰਜ ਲੱਗ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਮੈਂ ਤੈਨੂੰ ਆਜ਼ਾਦੀ ਦਵਾ ਦਿੰਦਾ ਹਾਂ। ਪਰ ਆਪਣੇ ਮਨ ਵਿੱਚ ਆਉਂਦੇ ਇਹਨਾਂ ਵਿਚਾਰਾਂ ਨੂੰ ਉਹ ਇਹ ਸੋਚ ਕੇ ਨਕਾਰ ਦਿੰਦਾ ਕਿ ਉਸ ਤੋਂ ਬਾਅਦ ਉਸਦੀ ਮਾਂ ਦਾ ਕੀ ਬਣੇਗਾ, ਅਤੇ ਉਹ ਮੁਟਿਆਰ ਰੂਪਰੀਤ ਕੀ ਸੋਚੇਗੀ ਜਿਸ ਨਾਲ ਉਸਦਾ ਮੰਗਣਾ ਹੋਇਆ। ਵਿਆਹ ਤੋਂ ਪਹਿਲਾਂ ਉਸਦੇ ਹੋਣ ਵਾਲੇ ਜੀਵਨ ਸਾਥੀ ਦੀ ਮੌਤ ਉਸ ਵਿਚਾਰੀ ਤੋਂ ਕਿਵੇਂ ਸਹਾਰੀ ਜਾਵੇਗੀ। ਇਹਨਾਂ ਗੱਲਾਂ ਨੇ ਉਹਨੂੰ ਜਿਉਂਦਾ ਰੱਖਿਆ ਹੋਇਆ ਸੀ। ਜ਼ਿੰਦਗੀ ਅਤੇ ਮੌਤ ਦੀ ਇਸ ਉਧੇੜ ਬੁਣ ਵਿੱਚੋਂ ਨਿਕਲਣ ਦਾ ਉਸ ਕੋਲ ਇੱਕੋ ਰਾਹ ਰੂਪਰੀਤ ਸੀ, ਅਤੇ ਉਹ ਹਰ ਰੋਜ਼ ਇੱਕ ਵਾਰ ਉਹਦੇ ਨਾਲ ਗੱਲ ਕਰ ਲੈਂਦਾ। ਆਪਣੀ ਹੋਣ ਵਾਲੀ ਜੀਵਨ ਸਾਥੀ ਨਾਲ ਗੱਲਾਂ ਕਰਕੇ ਉਹ ਆਪਣਾ ਮਨ ਹਲਕਾ ਕਰ ਲੈਂਦਾ ਸੀ, ਅਤੇ ਅੱਗੋਂ ਉਹ ਵੀ ਉਸਨੂੰ ਹੌਸਲਾ ਦਿੰਦੀ, ਅਤੇ ਦੋਵੇਂ ਆਪਣੇ ਭਵਿੱਖ ਜੀਵਨ ਦੇ ਸੁਪਨੇ ਸਜਾਉਣ ਲੱਗ ਜਾਂਦੇ। ਇਸੇ ਤਰ੍ਹਾਂ ਹੀ ਇੱਕ ਦਿਨ ਕਰਕੇ ਉਸਦੀ ਜ਼ਮੀਨ ਦੀ ਅਗਲੀ ਕਿਸ਼ਤ ਦਾ ਵੇਲਾ ਆ ਜਾਂਦਾ ਹੈ, ਅਤੇ ਉਹ ਕੰਪਨੀ ਦਫ਼ਤਰ ਜਾਣ ਦੀ ਤਿਆਰੀ ਕਰਦਾ ਹੈ। ਉਸਦੇ ਮਨ ਵਿੱਚ ਲੱਖਾਂ ਹੀ ਵਿਚਾਰ ਚੱਲ ਰਹੇ ਸਨ। ਉਹ ਸੋਚ ਰਿਹਾ ਸੀ, ਦੇਖਣ 'ਚ ਕੰਪਨੀ ਦਾ ਕਾਫੀ ਮੁਨਾਫਾ ਸੀ, ਕਿਉਂਕਿ ਉਹਨਾਂ ਨੇ ਹੁਣੇ 2 ਨਵੀਆਂ ਕੰਬਾਈਨਾਂ ਖਰੀਦੀਆਂ ਸਨ, ਅਤੇ ਇਸੇ ਕੰਪਨੀ ਦਾ ਇੱਕ ਨਵਾਂ ਪਲਾਟ ਵੀ ਲੱਗਾ ਸੀ। ਪ੍ਰੀਤ ਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਉਸਨੂੰ ਪੂਰਾ ਮੁੱਲ ਮਿਲੇਗਾ, ਅਤੇ ਇਸ ਦੇ ਨਾਲ ਆਪਣੇ ਰਾਸ਼ਨ ਅਤੇ ਵਿਆਜੂ ਫੜੇ ਪੈਸਿਆਂ ਦਾ ਹਿਸਾਬ ਨਿਬੇੜ ਦੇਵੇਗਾ, ਅਤੇ ਬਚਦੇ ਪੈਸਿਆਂ ਨਾਲ ਉਹ ਆਪਣੀ ਮਾਂ ਲਈ ਤੇ ਰੂਪਰੀਤ ਲਈ ਇੱਕ ਸੂਟ ਵੀ ਖਰੀਦ ਕੇ ਰੱਖੇਗਾ। ਪਰ ਉੱਥੇ ਪਹੁੰਚ ਕੇ ਉਸਦੇ ਸਭ ਸੁਪਨੇ ਢਹਿ ਗਏ, ਤੇ ਸੁਪਨੇ ਢੇਰੀ ਹੋ ਗਏ, ਕਿਉਂਕਿ ਕੰਪਨੀ ਇਸ ਵਾਰ ਫੇਰ ਉਸ ਨਾਲ ਉਹੀਓ ਕੀਤੀ ਜੋ ਪਹਿਲਾਂ ਹੁੰਦੀ ਆ ਰਹੀ ਹੈ, ਅਤੇ ਉਹਨਾਂ ਇਹ ਕਹਿੰਦਿਆਂ ਬਣਦੀ ਫਸਲ ਦਾ 3 ਹਿੱਸਾ ਉਸਦੇ ਹੱਥ ਫੜਾ ਦਿੱਤਾ ਕਿ ਉਸਦੀ ਜ਼ਮੀਨ ਵਿੱਚ ਫਸਲ ਚੰਗੀ ਨਹੀਂ ਹੋਈ, ਅਤੇ ਕੰਪਨੀ ਨੂੰ ਉਸਦੇ ਖੇਤ ਵਿੱਚ ਮੋਟਰ ਠੀਕ ਕਰਵਾਈ ਦਾ ਵੀ ਖਰਚ ਦੇਣਾ ਪਿਆ। ਮੁਨੀਮ ਨੇ ਸਾਰਾ ਹਿਸਾਬ ਬਣਾ ਉਸਦੇ ਹੱਥ ਰੱਖ ਦਿੱਤਾ, ਅਤੇ ਉਸਦੇ ਬਣਦੇ ਪੈਸਿਆਂ ਦਾ ਚੈੱਕ ਉਹਨੂੰ ਫੜਾ ਦਿੱਤਾ। ਪ੍ਰੀਤ ਗੁੱਸੇ ਨਾਲ ਭਰਿਆ ਗਿਆ ਅਤੇ ਮੁਨੀਮ ਨਾਲ ਬਹਿਸਬਾਜ਼ੀ ਕਰਨ ਲੱਗਾ, ਪਰ ਮੁਨੀਮ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਤਾਂ ਮੁਲਾਜ਼ਮ ਹੈ, ਅਤੇ ਜਿਵੇਂ ਮਾਲਿਕ ਨੇ ਖਰਚ ਲਿਖਵਾਏ ਉਸਨੇ ਹਿਸਾਬ ਬਣਾ ਦਿੱਤਾ। ਮੁਨੀਮ ਨਾਲ ਜ਼ਿਆਦਾ ਬੋਲਣ ਤੇ ਉਸਨੇ ਉਹਦੇ ਨਾਲ ਹੋਏ ਕੰਟਰੈਕਟ ਦੀ ਇੱਕ ਕਾਪੀ ਉਸਦੇ ਹੱਥ ਫੜਾ ਦਿੱਤੀ, ਅਤੇ ਗਾਰਡ ਨੂੰ ਬੁਲਾ ਕੇ ਉਸਨੂੰ ਬਾਹਰ ਕਢਵਾ ਦਿੱਤਾ। ਕੰਟਰੈਕਟ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਫਸਲ ਦੇ ਝਾੜ ਮੁਤਾਬਕ ਹੀ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ, ਅਤੇ ਫਸਲ ਵਿੱਚ ਲੱਗੀਆਂ ਮੋਟਰਾਂ ਦੀ ਮੁਰੰਮਤ ਦਾ ਖਰਚ ਕਿਸਾਨ ਤੋਂ ਲਿਆ ਜਾਵੇਗਾ। ਪਰ ਉਸਦੇ ਬਾਪੂ ਤੋਂ ਦਸਤਖਤ ਕਰਵਾਉਣ ਵੇਲੇ ਉਸਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੀ। ਪ੍ਰੀਤ ਗੁੱਸੇ ਨਾਲ ਭਰ ਜਾਂਦਾ ਹੈ ਅਤੇ ਸਿੱਧਾ ਆਪਣੇ ਖੇਤ ਵੱਲ ਨੂੰ ਭੱਜਦਾ ਹੈ। ਉਹ ਖੇਤ ਵਿੱਚ ਪਹੁੰਚ ਕੇ ਕੰਪਨੀ ਦਾ ਬੋਰਡ ਪੁੱਟ ਦਿੰਦਾ ਹੈ, ਅਤੇ ਜਦੋਂ ਖੇਤ ਵਿੱਚ ਕੰਮ ਕਰਦਾ ਕੰਪਨੀ ਦਾ ਨੁਮਾਇੰਦਾ ਉਸਨੂੰ ਰੋਕਦਾ ਹੈ ਤਾਂ ਉਹ ਉਸਨੂੰ ਵੀ ਡਰਾ ਕੇ ਭਜਾ ਦਿੰਦਾ ਹੈ। ਪ੍ਰੀਤ ਆਪਣੀ ਜ਼ਮੀਨ ਵਿੱਚ ਸ਼ੇਰ ਵਾਂਗ ਖੜਾ ਸੀ। ਉਸਨੇ ਇੰਜ ਲੱਗ ਰਿਹਾ ਸੀ ਜਿਵੇਂ ਉਸਨੇ ਆਪਣੇ ਪਿਓ ਦਾਦੇ ਦੀਆਂ ਮਿਹਨਤਾਂ ਨਾਲ ਬਣੀ ਜ਼ਮੀਨ ਨੂੰ ਕਿਸੇ ਜ਼ਾਲਮ ਤੋਂ ਆਜ਼ਾਦ ਕਰਵਾਇਆ ਹੋਇਆ ਹੋਵੇਗਾ। ਉਹ ਖੇਤ ਵਿੱਚ ਇੱਕ ਜੇਤੂ ਵਾਂਗ ਖੜਾ ਸੀ, ਪਰ ਉਸਦੀ ਇਹ ਜਿੱਤ ਥੋੜੇ ਸਮੇਂ ਲਈ ਸੀ, ਕਿਉਂਕਿ ਕੰਪਨੀ ਦਾ ਬੰਦਾ ਪੁਲਿਸ ਲੈ ਆਇਆ ਸੀ। ਪੁਲਿਸ ਉਸਨੂੰ ਗ੍ਰਿਫਤਾਰ ਕਰਕੇ ਲਿਜਾਣ ਲੱਗਦੀ ਹੈ, ਪਰ ਉਹ ਜਾਣਾ ਨਹੀਂ ਸੀ ਚਾਹੁੰਦਾ। ਇੱਕ ਸਿਪਾਹੀ ਉਸਨੂੰ ਖਿੱਚਦਾ ਹੈ ਅਤੇ ਇਸ ਖਿੱਚ ਨਾਲ ਉਹ ਹੇਠਾਂ ਡਿੱਗ ਪੈਂਦਾ ਹੈ। ਪੁਲਿਸ ਉਸਨੂੰ ਘਸੀੜਦੀ ਹੋਈ ਜ਼ਮੀਨ ਵਿੱਚੋਂ ਬਾਹਰ ਕਰਦੀ ਹੈ, ਪਰ ਉਸਦਾ ਹੱਥ ਖੇਤ ਵਿੱਚ ਗੱਡੇ ਖੰਭੇ ਨੂੰ ਪੈ ਜਾਂਦਾ ਹੈ। ਪੁਲਿਸ ਦੀ ਲੱਖ ਕੋਸ਼ਿਸ਼ ਕਰਨ ਤੇ ਵੀ ਉਹ ਹੱਥ ਨਹੀਂ ਛੱਡਦਾ, ਤਾਂ ਪੁਲਿਸ ਵਾਲਾ ਹੱਥ ਛਡਾਉਣ ਲਈ ਸੋਟੀ ਉਸਦੇ ਹੱਥ ਤੇ ਮਾਰਦਾ ਹੈ, ਪਰ ਉਹ ਸੋਟੀ ਖੰਭੇ ਨਾਲ ਟਕਰਾ ਕੇ ਪ੍ਰੀਤ ਦੇ ਸਿਰ ਵਿੱਚ ਵੱਜਦੀ ਹੈ, ਅਤੇ ਉਸਦੇ ਸਿਰ ਵਿੱਚੋਂ ਲਹੂ ਦੀਆਂ ਤਤੀਰੀਆਂ ਵਗਣ ਲੱਗ ਜਾਂਦੀਆਂ ਹਨ। ਉਹ ਬੇਹੋਸ਼ ਹੋ ਜਾਂਦਾ। ਪੁਲਿਸ ਵਾਲੇ ਉਸਨੂੰ ਚੁੱਕ ਕੇ ਗੱਡੀ ਵਿੱਚ ਬਿਠਾਉਣ ਲੱਗਦੇ ਨੇ, ਅਤੇ ਪ੍ਰੀਤ ਦੀਆਂ ਮੱਧਮ ਜਿਹੀਆਂ ਬੰਦ ਹੁੰਦੀਆਂ ਅੱਖਾਂ ਨਾਲ ਉਸਨੂੰ ਉਸਦੇ ਸਾਹਮਣੇ ਉਸਦੀ ਮਾਂ ਨਵਾਂ ਸੂਟ ਪਾਈ ਖੜੀ ਦਿਖਦੀ ਹੈ।
ਅਤੇ ਉਸ ਦੇ ਨਾਲ ਉਸ ਨੂੰ ਹੋਣ ਵਾਲੀ ਪਤਨੀ ਰੂਪ੍ਰੀਤ ਲਾਲ ਸੂਹੇ ਜੋੜੇ ਵਿੱਚ ਖੜੀ ਦਿਖ ਰਹੀ ਸੀ ਅਤੇ ਉਸ ਦੀਆਂ ਅੱਖਾਂ ਬੰਦ ਹੋ ਗਈਆਂ। ਇੰਨੇ ਵਿੱਚ ਉਸਦੇ ਫੋਨ ਦੀ ਘੰਟੀ ਵੱਜਦੀ ਹੈ ਅਤੇ ਉਸਦੀ ਅੱਖ ਖੁੱਲ੍ਹ ਜਾਂਦੀ ਹੈ। ਰੂਪ੍ਰੀਤ ਨਾਲ ਗੱਲ ਕਰਕੇ ਉਹ ਜਲਦੀ ਕਮਰੇ ਵਿੱਚੋਂ ਬਾਹਰ ਆਉਂਦਾ ਹੈ। ਆਪਣੀ ਮਾਂ ਨੂੰ ਪੁੱਛਦਾ ਹੈ, ਪ੍ਰੀਤ, ਮਾਂ ਬਾਪੂ ਕਿੱਥੇ ਆ? ਮਾਂ, ਉਹ ਤਾਂ ਧਰਨੇ ਵਾਲਿਆਂ ਨਾਲ ਗਿਆ ਪੁੱਤ। ਆ ਲੈ ਚਾਹ ਪੀ ਲੈ। ਪ੍ਰੀਤ, ਧਰਨੇ ਵਾਲੀਆਂ ਟਰਾਲੀਆਂ ਚਲੀਆਂ ਗਈਆਂ? ਮਾਂ, ਬਾਕੀ ਤਾਂ ਗਈਆਂ, ਇੱਕ ਜੱਗਰ ਕੀ ਟਰਾਲੀ ਰਹਿੰਦੀ ਆ, ਉਹ ਵੀ ਤੁਰਨ ਵਾਲੀ ਹੋਊ। ਪ੍ਰੀਤ ਇਹ ਸੁਣ ਕੇ ਤੁਰੰਤ ਬਾਹਰ ਨੂੰ ਭੱਜਦਾ ਹੈ। ਉਸਦੀ ਮਾਂ ਦੇ ਪੁੱਛਣ 'ਤੇ ਉਹ ਜਾਂਦਾ ਮਾਂ ਨੂੰ ਕਹਿੰਦਾ ਹੈ ਕਿ ਉਹ ਧਰਨੇ 'ਤੇ ਜਾ ਰਿਹਾ ਹੈ। ਜੱਗਰ ਦੇ ਬੂਹੇ ਅੱਗੋਂ ਉਸਨੂੰ ਟਰਾਲੀ ਸ਼ਹਿਰ ਵੱਲ ਨੂੰ ਜਾਂਦੀ ਦਿਸਦੀ ਹੈ ਅਤੇ ਉਹ ਭੱਜ ਕੇ ਟਰਾਲੀ 'ਤੇ ਚੜ੍ਹ ਜਾਂਦਾ ਹੈ। ਉਸਨੂੰ ਦੇਖ ਉਸਦਾ ਬਾਪੂ ਹੈਰਾਨ ਰਹਿ ਜਾਂਦਾ ਹੈ, ਪਰ ਉਹ ਉਸਨੂੰ ਗਲ ਨਾਲ ਲਾ ਕੇ ਕਹਿੰਦਾ ਹੈ, ਮੇਰਾ ਸ਼ੇਰ ਪੁੱਤ ਆ ਗਿਆ, ਹੁਣ ਜਿੱਤ ਕੇ ਹੀ ਮੁੜਾਂਗੇ। ਪੈਣੀ ਲੰਬੀ ਘਾਲਣਾ ਘੱਲਣੀ ਜੀ, ਹੋ ਜੋ ਤਕੜੇ ਹੱਕਾਂ ਲਈ ਲੜਨਾ ਏ। ਆਏ ਫੈਸਲੇ ਹਕੂਮਤਾਂ ਦੇ ਫਿਰ ਤੋਂ, ਆਪਾਂ ਵੀ ਸ਼ੇਰ ਵਾਂਗ ਅੜਨਾ ਏ। ਲੱਖਾਂ ਵਰਨੀਆਂ ਸੋਟੀਆਂ ਸਰੀਰ ਉੱਤੇ, ਅਸਾਂ ਵਾਂਗ ਦੀਵਾਰ ਦੇ ਖੜਨਾ ਏ। ਪੈਣੀ ਲੰਬੀ ਘਾਲਣਾ ਘੱਲਣੀ ਜੀ, ਹੋ ਜੋ ਤਕੜੇ ਹੱਕਾਂ ਲਈ ਲੜਨਾ ਹੈ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਏਗੀ। ਇੱਕ ਛੋਟਾ ਜਿਹਾ ਸੁਨੇਹਾ ਮੈਂ ਲੇਖਕ ਵੱਲੋਂ ਤੁਹਾਨੂੰ ਦੇਣਾ ਚਾਹੁੰਦੀ ਹਾਂ, ਜੋ ਲਿਖਦੇ ਨੇ ਕਿ ਇਹ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਆਪਣੇ ਕਿਸਾਨ ਵੀਰਾਂ ਲਈ ਲਿਖਣ ਦੀ, ਅਤੇ ਉਮੀਦ ਕਰਦਾ ਹਾਂ ਕਿ ਇਹ ਕੋਸ਼ਿਸ਼ ਤੁਹਾਨੂੰ ਸਾਡੇ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਉਤਸ਼ਾਹਿਤ ਕਰੇਗੀ। ਸਾਡੀ ਤਹਿ ਦਿਲੋਂ ਬੇਨਤੀ ਹੈ ਕਿ ਤੁਸੀਂ ਕਿਸਾਨਾਂ ਦਾ ਇਸ ਲੜਾਈ ਵਿੱਚ ਸਾਥ ਦੇਵੋ। ਜਿਹੜੇ ਵੀਰ ਮਿੱਤਰ ਕਹਿ ਰਹੇ ਨੇ ਕਿ ਕਿਸਾਨ ਤਾਂ ਉਂਝ ਹੀ ਤਮਾਸ਼ਾ ਕਰ ਰਹੇ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਵਾਰ ਬਿੱਲ ਪੜ੍ਹ ਤਾਂ ਲਓ, ਪੜ੍ਹ ਲਿਆ ਤਾਂ ਸਮਝ ਵੀ ਲਓ, ਉਹਦੇ ਕੀ ਪ੍ਰਭਾਵ ਨੇ ਉਹ ਵੀ ਸਮਝਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਸੋਚੋ, ਕਿਸ ਦਾ ਦਿਲ ਕਰਦਾ ਘਰ ਛੱਡ ਕੇ, ਬਾਲ ਬੱਚਿਆਂ ਨੂੰ ਛੱਡ ਕੇ ਠੰਡ ਦੇ ਵਿੱਚ ਧਰਨਾ 'ਚ ਬੈਠਣ ਦਾ? ਕੋਈ ਤਾਂ ਵਜ੍ਹਾ ਹੋਏਗੀ ਨਾ ਕਿ ਕਿਸਾਨ ਸੰਘਰਸ਼ ਕਰ ਰਹੇ ਨੇ। ਕਿਸਾਨਾਂ ਦਾ ਸਾਥ ਦਿਓ। ਇਹ ਕੋਈ ਧਰਮ ਦੀ ਲੜਾਈ ਨਹੀਂ, ਕਿਸਾਨਾਂ ਦੀ ਲੜਾਈ ਹੈ, ਉਹਨਾਂ ਦੇ ਹੱਕਾਂ ਦੀ ਲੜਾਈ ਹੈ। ਜੇ ਸਾਥ ਨਹੀਂ ਦੇ ਸਕਦੇ ਤਾਂ ਇਹਨਾਂ ਨੂੰ ਭੰਡੋ ਵੀ ਨਾ। ਅਗਲੀ ਕਹਾਣੀ ਲੈ ਕੇ ਅਸੀਂ ਜਲਦੀ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਹੋਰ ਕਹਾਣੀਆਂ ਪੜ੍ਹਨ ਤੇ ਸੁਣਨ ਲਈ ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਔਨ YouTube